ਜਦੋਂ ਅਸੀਂ ਖਿਆਲ ਕਰ ਲਿਆ ਉਸ ਵੇਲੇ ਉਹਨਾਂ ਨੂੰ ਹਟਾ ਲਵਾਂਗੇ। ਔਰ ਇਹ ਸਾਰੀਆਂ ਗੱਲਾਂ ਜਿਹੜੀਆਂ ਮਲਿਗਨੈਂਟ ਲੱਗਦੀਆਂ ਨੇ ਸਾਨੂੰ ਉਹ ਠੀਕ ਹੋ ਜਾਣਗੀਆਂ, ਮਲਿਗਨੈਂਟ ਨਹੀਂ ਹੋਣੀਆਂ। ਪਰ ਜੇ ਅਸੀਂ ਇਹ ਸ਼ਨਾਖਤ ਕਰ ਲਈ ਕਿ ਕੋਈ ਇਸ ਤਰ੍ਹਾਂ ਦਾ ਕਾਜ਼ੇਟਿਵ ਫੈਕਟਰ ਨਹੀਂ ਹੈ, ਐਕਸਾਈਟਿੰਗ ਫੈਕਟਰ ਨਹੀਂ ਹੈ, ਕੋਈ ਐਸਾ ਮੇਨਟੇਨਿੰਗ ਕਾਜ਼ ਇਹਦੇ ਨਾਲ ਲਗਾਤਾਰ ਨਹੀਂ ਲੱਗਿਆ ਆ ਰਿਹਾ, ਤਾਂ ਫਿਰ ਵੀ ਉਹ ਤਕਲੀਫਾਂ ਹੈਗੀਆਂ ਨੇ। ਤੇ ਇਹਦਾ ਮਤਲਬ ਹੈ ਕਿ ਉਹਨਾਂ ਸੈੱਲਾਂ ਦੇ ਵਿੱਚ, ਉਹਨਾਂ ਟਿਸ਼ੂਜ਼ ਦੇ ਵਿੱਚ ਜਿੱਥੋਂ ਸਾਨੂੰ ਤਕਲੀਫ ਦਿਖਾਈ ਦੇ ਰਹੀ ਹੈ ਉੱਥੇ ਕੁਛ ਨਾ ਕੁਛ ਗ੍ਰੌਸ ਚੇਂਜਸ ਹੋ ਗਈਆਂ ਨੇ। ਉਸ ਗ੍ਰੌਸ ਚੇਂਜਸ ਨੂੰ ਸਾਨੂੰ ਸ਼ਨਾਖਤ ਕਰਨ ਦੀ ਲੋੜ ਹੈ ਕਿ ਕੀ ਇਹ ਕੈਂਸਰਸ ਤਾਂ ਨਹੀਂ। ਔਰ ਇਹਨਾਂ ਸਾਰੀਆਂ ਚੀਜ਼ ਦੀ ਸ਼ਨਾਖਤ ਜਿਹੜੀ ਹੈ ਉਹਦੇ ਨਾਲ ਨਾਲ ਸਾਨੂੰ ਉਹ ਜਿਹੜੇ ਕਾਰਡੀਨਲ ਸਾਈਨਸ ਮੈਂ ਤੁਹਾਨੂੰ ਦੱਸੇ ਹਨ ਕਿ ਕੈਂਸਰਸ ਹੋਣ ਦੇ ਕਾਰਡੀਨਲ ਸਾਈਨਸ ਜਿਹੜੇ ਨੇ, ਐਨੋਰੈਕਸੀਆ, ਭੁੱਖ ਨਾ ਲੱਗਣਾ, ਅਨੀਮੀਆ ਹੋਣਾ, ਖੂਨ ਦੀ ਘਾਟ ਹੋਣਾ, ਕਮਜ਼ੋਰੀ ਹੋਣਾ, ਪੈਲਰ ਹੋਣਾ ਔਰ ਚਿਹਰਾ ਪੀਲਾ ਹੋਣਾ ਭਾਵ, ਔਰ ਪੇਨ, ਲਗਾਤਾਰ ਪੇਨ ਹੋਣੀ। ਔਰ ਪੇਨ ਆਮ ਤੌਰ 'ਤੇ ਇਹ ਰੇਡੀਏਟਿੰਗ ਪੇਨਸ ਹੁੰਦੀਆਂ ਨੇ, ਇੱਕ ਥਾਂ ਤੋਂ ਦੂਸਰੀ ਥਾਂ 'ਤੇ ਰੇਡੀਏਟ ਕਰਦੀਆਂ ਰਹਿੰਦੀਆਂ ਨੇ ਲਗਾਤਾਰ, ਔਰ ਆਪਣੇ ਸੋਰਸ ਦੇ ਉੱਪਰ ਵੀ ਹੁੰਦੀਆਂ ਨੇ। ਤੁਸੀਂ ਚਾਹ ਵਾਲਾ ਪੈਨ ਗਰਮ ਕਰਦੇ ਹੋ ਨਾ, ਚਾਹ ਵਾਲੇ ਪੈਨ ਨੂੰ ਅਗਰ ਕੋਈ ਪਿਛਲੇ ਪਾਸੇ ਡੰਡੀ ਨਹੀਂ ਇਸ ਤਰ੍ਹਾਂ ਦੀ ਲੱਗੀ ਹੋਈ ਲੱਕੜ ਦੀ ਜਿਹੜੀ ਬੈਡ ਕੰਡਕਟਰ ਆਫ ਹੀਟ ਹੋਵੇ ਤੇ ਉਹ ਡੰਡੀ ਵੀ ਗਰਮ ਹੋ ਜਾਏਗੀ, ਠੀਕ ਹੈ। ਔਰ ਇਸੇ ਤਰ੍ਹਾਂ ਹੀ ਜਦੋਂ ਕੈਂਸਰਸ ਟਾਈਪ ਦੀਆਂ ਗੱਲਾਂ ਹੁੰਦੀਆਂ ਨੇ, ਅਗਲੇ ਦੂਜੇ ਨਾਲ ਲੱਗਦੇ ਟਿਸ਼ੂਆਂ ਦਾ ਕੋਈ ਬੈਰੀਅਰ, ਪ੍ਰੋਟੈਕਟਿਵ ਬੈਰੀਅਰ ਵੀ ਉਹਨੂੰ ਪ੍ਰੋਟੈਕਟ ਨਹੀਂ ਕਰ ਸਕਦਾ, ਤਾਂ ਭਾਵ ਕਿ ਉਸ ਅੰਗ ਦੇ ਵਿੱਚ ਵੀ ਦਰਦ ਹੋਣੀ ਸ਼ੁਰੂ ਹੋ ਗਈ, ਉਸ ਨਾਲ ਦੀਆਂ ਗੱਲਾਂ 'ਚ ਵੀ ਦਰਦ ਹੋਣੀ ਸ਼ੁਰੂ ਹੋ ਗਈ। ਕਹਿਣ ਤੋਂ ਭਾਵ ਮੇਰਾ ਇਹ ਹੈ ਕਿ ਜੇ ਪ੍ਰੋਸਟੇਟਿਕ ਕੈਂਸਰ ਹੋਇਆ ਤਾਂ ਪ੍ਰੋਸਟੇਟਿਕ ਕੈਂਸਰ ਹੋਣ ਦੇ ਨਾਲ ਨਾਲ ਰੈਕਟਮ ਦੇ ਵਿੱਚ ਵੀ ਦਰਦ ਹੋਣਾ ਸ਼ੁਰੂ ਹੋ ਜਾਏਗਾ, ਔਰ ਰੈਕਟਮ ਦੇ ਵਿੱਚ ਦਰਦ ਵੀ ਲਗਾਤਾਰ ਬਣਿਆ ਰਹੇਗਾ। ਹੈਮਰਾਇਡਲ ਟਾਈਪ ਦੀਆਂ, ਕਿਉਂਕਿ ਬਲੱਡ ਵੈਸਲ ਜਿਹੜੇ ਨੇ ਉਹ ਕੁੱਟੇ ਗਏ, ਉੱਥੋਂ ਦੇ ਜਿਹੜੇ ਉੱਥੇ ਬਲੱਡ ਵੈਸਲ ਸੀ ਰੈਕਟਮ ਦੇ ਵਿੱਚ ਉਹ ਵੀ ਕੁੱਟੇ ਗਏ, ਉਹ ਵੀ ਕੰਸਟ੍ਰਿਕਟ ਕਰ ਗਏ, ਤੇ ਉਹਨਾਂ ਦੇ ਕੰਸਟ੍ਰਿਕਟ ਕਰਨ ਕਰਕੇ ਉੱਥੇ ਵੀ ਦਰਦ ਲਗਾਤਾਰ ਬਣੀ ਰਹੇਗੀ। ਔਰ ਹੋ ਸਕਦਾ ਹੈ ਉਹ ਬਲੱਡ ਵੈਸਲਸ ਫਟ ਜਾਣ ਤੇ ਖੂਨ ਆਉਣਾ ਸ਼ੁਰੂ ਹੋ ਜਾਵੇ ਤੇ ਸਾਨੂੰ ਇਹ ਸ਼ੱਕ ਪੈ ਵੀ ਇਹਨੂੰ ਬਵਾਸੀਰ ਹੋ ਗਈ ਹੈ। ਜ਼ਰੂਰੀ ਨਹੀਂ ਕਿ ਉਹ ਬਵਾਸੀਰ ਹੋਵੇ, ਜ਼ਰੂਰੀ ਨਹੀਂ ਕਿ ਉਹ ਕੱਲਾ ਰੈਕਟਮ ਦਾ ਹੀ ਕਾਰਨ ਹੋਵੇ, ਰੈਕਟਮ ਦੇ ਪਿੱਛੇ ਕਾਜ਼ੇਟਿਵ ਐਕਸਾਈਟਿੰਗ ਫੈਕਟਰ ਕੁਝ ਹੋਰ ਵੀ ਹੋ ਸਕਦਾ ਹੈ ਤੇ ਉਹ ਪ੍ਰੋਸਟੇਟ ਵੀ ਹੋ ਸਕਦਾ ਹੈ। ਸੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਕਿਸੇ ਵੀ ਪੁਆਇੰਟ 'ਤੇ ਸਰੀਰ ਦੇ ਕਿਸੇ ਵੀ ਅੰਗ ਦੀ ਜਦੋਂ ਅਸੀਂ ਸ਼ਨਾਖਤ ਕਰਨੀ ਹੈ, ਇਹ ਨੋਟ ਕਰਨਾ ਆ ਕਿ ਇਹ ਕਿਸ ਅੰਗ ਦਾ ਸਿਸਟਮ, ਕਿਸ ਸਿਸਟਮ ਦਾ ਅੰਗ ਹੈ, ਔਰ ਇਹਦੀਆਂ ਤਕਲੀਫਾਂ ਉਸ ਸਿਸਟਮ ਨੂੰ ਹੀ ਡਿਸਟਰਬ ਕਰਨੀਆਂ ਚਾਹੀਦੀਆਂ ਨੇ, ਜਾਂ ਜੇ ਇਸ ਅੰਗ ਦੀਆਂ ਤਕਲੀਫਾਂ ਉਹਦੇ ਆਪਣੇ ਸਿਸਟਮ ਰੂਟ ਦੀਆਂ ਹੀ ਤਕਲੀਫਾਂ ਸਾਡੇ ਸਾਹਮਣੇ ਹਨ ਤਾਂ ਇਹ ਬਿਨਾਈਨ ਹੈ, ਇਹ ਬਿਨਾਈਨ ਹੈ, ਇਹ ਕੈਂਸਰਸ ਨਹੀਂ ਹੈ। ਔਰ ਅਗਰ ਕਿਸੇ ਵੀ ਅੰਗ ਦੀ ਕੋਈ ਤਕਲੀਫ ਕਾਰਡੀਨਲ ਸਾਈਨਸ ਨੂੰ ਨਾਲ ਲੈਂਦਿਆਂ ਹੋਇਆਂ, ਕਿਉਂਕਿ ਕਾਰਡੀਨਲ ਸਾਈਨਸ ਬਹੁਤ ਪਹਿਲਾਂ ਸ਼ੁਰੂ ਹੋ ਜਾਂਦੇ ਨੇ, ਸਾਡੀ ਫੀਲਿੰਗ, ਡਿਜ਼ਾਇਰ, ਐਵਰਸ਼ਨ ਦੇ ਵਿੱਚ ਬਹੁਤ ਪਹਿਲਾਂ ਚੀਜ਼ ਤਬਦੀਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਕੋਈ ਮੈਲਿਗਨੈਂਸੀ ਹੁੰਦੀ ਹੈ। ਔਰ ਜੇ ਐਸੇ ਕਾਰਡੀਨਲ ਸਾਈਨਸ ਵੀ ਨਾਲ ਹਨ, ਔਰ ਜਿਹੜੀ ਤਕਲੀਫ ਕਿਸੇ ਅੰਗ ਦੇ ਵਿੱਚ ਸਾਨੂੰ ਦਿਖਾਈ ਦੇ ਰਹੀ ਹੈ ਉਸੇ ਤਰ੍ਹਾਂ ਦੀ ਤਕਲੀਫ ਨਾਲ ਲੱਗਦੇ ਅੰਗਾਂ ਵਿੱਚ ਵੀ ਹੋ ਰਹੀ ਹੈ ਜਿਹੜੇ ਅੰਗ ਉਸ ਸਿਸਟਮ ਨਾਲ ਸੰਬੰਧਿਤ ਨਹੀਂ। ਗੱਲ ਬੜੀ ਸਪਸ਼ਟ ਹੋ ਗਈ ਕਿ ਪ੍ਰੋਸਟੇਟ ਸਾਡਾ ਯੂਰੀਨਰੀ ਸਿਸਟਮ ਦੇ ਨਾਲ ਸੰਬੰਧਿਤ ਆ, ਪਰ ਰੈਕਟਮ ਤਾਂ ਸਾਡੀ ਡਾਈਜੈਸ਼ਨ ਦੇ ਨਾਲ ਸੰਬੰਧਿਤ ਹੈਗੀ ਹੈ, ਐਂਡ ਪਾਰਟ ਹੈ, ਆਖਰੀ ਪਾਰਟ ਹੈ। ਪਰ ਜੇ ਨਾਲ ਲੱਗਦਾ ਹੈਗਾ ਆ, ਬਾਉਂਡਰੀ ਆ ਉਹਦੀ, ਪਰ ਸਿਸਟਮ ਦਾ ਹਿੱਸਾ ਨਹੀਂ ਹੈ, ਉਹਦੇ ਸਿਸਟਮ ਦਾ ਹਿੱਸਾ ਨਹੀਂ ਹੈ, ਉਹਦੇ ਵਿੱਚ ਤਕਲੀਫਾਂ ਹੋਣੀਆਂ ਸ਼ੁਰੂ ਹੋ ਗਈਆਂ, ਕਬਜ਼ ਹੋ ਗਈ, ਦਰਦ ਰਹਿਣੀ ਸ਼ੁਰੂ ਹੋ ਗਈ, ਭਾਰ ਪੈਣਾ ਸ਼ੁਰੂ ਹੋ ਗਿਆ, ਖੂਨ ਆਉਣਾ ਸ਼ੁਰੂ ਹੋ ਗਿਆ, ਤਾਂ ਜ਼ਰੂਰੀ ਗੱਲ ਇਹ ਆ ਕਿ ਇਹ ਪ੍ਰੋਸਟੇਟ ਦਾ ਕੈਂਸਰ ਹੈ। ਔਰ ਵਾਈਸ ਵਰਸਾ, ਅਗਰ ਰੈਕਟਮ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਹੋਏਗੀ, ਕੋਈ ਕੈਂਸਰਸ ਡਿਵੈਲਪਮੈਂਟ ਹੋ ਗਈ ਹੈ ਜਾਂ ਕੁਝ ਐਸਾ ਹੋ ਗਿਆ ਹੈ, ਤਾਂ ਡੈਫੀਨੇਟਲੀ ਸਾਨੂੰ ਪ੍ਰੋਸਟੇਟ ਦੇ ਵਿੱਚ, ਸਾਨੂੰ ਬਲੈਡਰ ਦੇ ਵਿੱਚ ਇਹੋ ਜਿਹੀਆਂ ਤਕਲੀਫਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਔਰ ਇਨ ਕੇਸ ਆਫ ਫੀਮੇਲਸ ਆਮ ਤੌਰ 'ਤੇ ਇਹੋ ਜਿਹੀਆਂ ਤਕਲੀਫਾਂ ਸਾਨੂੰ ਯੰਗ ਏਜ ਦੇ ਵਿੱਚ ਮੈਂਸਟਰੂਅਲ ਪ੍ਰੋਬਲਮ ਪੈਦਾ ਕਰਦੀਆਂ ਨੇ ਲੜਕੀਆਂ, ਔਰਤਾਂ ਦੇ ਵਿੱਚ। ਔਰ ਮੈਨੋਪੌਜ਼ਲ ਕੰਡੀਸ਼ਨ ਦੇ ਵਿੱਚ ਆਮ ਤੌਰ 'ਤੇ ਮੈਟਰੋਰੇਜੀਆ ਵਗੈਰਾ ਫਿਰ ਸਟਾਰਟ ਹੋ ਜਾਂਦਾ ਹੈ,
ਮੈਨੋਰੇਜੀਆ ਕਹਿੰਦੇ ਨੇ ਬਲੀਡਿੰਗ ਦਾ ਐਕਸੈਸਿਵ ਹੋਣਾ, ਔਰ ਹੋਣਾ ਪੀਰੀਅਡ ਦੇ ਉੱਪਰ ਹੀ, ਕਿ ਪੀਰੀਅਡ ਜਿਹੜਾ ਸਾਡਾ 28 ਦਿਨ ਦਾ ਸੀ ਔਰ ਜਿਹੜਾ ਸਾਡਾ 3 ਤੋਂ 5 ਦਿਨ ਰਹਿਣ ਵਾਲਾ ਪੀਰੀਅਡ ਸੀ ਉਹ 28 ਦਿਨ ਦਾ ਨਹੀਂ ਰਿਹਾ ਤੇ 3 ਤੋਂ 5 ਦਿਨ ਬਲੀਡਿੰਗ ਪੀਰੀਅਡ ਨਹੀਂ ਰਿਹਾ, ਉਹ ਲਗਾਤਾਰ ਬਲੀਡ ਕਰੀ ਜਾ ਰਿਹਾ ਹੈ, ਜ਼ਿਆਦਾ ਖੂਨ ਆ ਰਿਹਾ ਹੈ। ਪਰ ਜੇ ਇਹਦੇ ਨਾਲ ਦਰਦ ਵੀ ਸ਼ਾਮਲ ਹੋ ਗਈ ਹੈ ਤੇ ਜਿਹਨੂੰ ਅਸੀਂ ਕਹਿੰਦੇ ਹਾਂ ਮੈਟਰੋਰੇਜੀਆ, ਮੈਨੋਰੇਜੀਆ ਤੇ ਮੈਟਰੋਰੇਜੀਆ ਵਿੱਚ ਇੰਨਾ ਫਰਕ ਆ ਕਿ ਉਹ ਪੇਨਲੈਸ ਹੈ ਔਰ ਇੱਕ ਪੇਨਫੁਲ ਹੈ। ਸੋ ਮੈਟਰੋਰੇਜੀਆ ਦੇ ਵਿੱਚ ਆਮ ਤੌਰ 'ਤੇ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ ਕਿ ਸਾਨੂੰ ਸੀਰੀਅਸਲੀ ਸੋਚਣ ਦੀ ਲੋੜ ਹੈਗੀ ਹੈ ਕਿ ਕੀ ਇਕੱਲਾ ਇਸ ਯੂਟਰਸ ਦੇ ਵਿੱਚ ਹੀ ਐਸਾ ਕੁਝ ਹੋ ਰਿਹਾ ਹੈ ਕਿ ਕੋਈ ਹੋਰ ਕਾਰਨ ਵੀ ਹੋ ਸਕਦੇ ਨੇ, ਕਿ ਰੈਕਟਮ ਨਾਲ ਸੰਬੰਧਿਤ ਕਾਰਨ ਵੀ ਹੋ ਸਕਦੇ ਨੇ, ਕਿ ਯੂਰੀਨਰੀ ਬਲੈਡਰ ਦੇ ਨਾਲ ਸੰਬੰਧਿਤ ਵੀ ਕਾਰਨ ਹੋ ਸਕਦੇ ਨੇ। ਸੋ ਇਹ ਸਾਰੀਆਂ ਗੱਲਾਂ ਆਮ ਤੌਰ 'ਤੇ ਸਾਨੂੰ ਵਿਚਾਰਨ ਦੀ ਲੋੜ ਹੈ। ਅਸੀਂ ਇਹਨਾਂ ਸਿਸਟਮਾਂ ਦੇ ਵਿੱਚ ਸ਼ੁਰੂਆਤੀ ਤੌਰ 'ਤੇ ਕੀਤਾ ਸੀ ਕਿ ਜੀਵਨ ਕਿੱਥੋਂ ਸ਼ੁਰੂ ਹੋਇਆ, ਔਰ ਉਸ ਜੀਵਨ ਦੇ ਜਿਹੜੇ 2 ਅੰਗ ਸੀ ਮੇਲ ਤੇ ਫੀਮੇਲ, ਉਹਨਾਂ ਦੇ ਉਹ ਅੰਗ ਜਿਹੜੇ ਜੀਵਨ ਨੂੰ ਪੈਦਾ ਕਰਨ ਵਾਸਤੇ ਸਹਾਇਕ ਹਨ, ਉਹਨਾਂ ਦੀ ਡਿਸਕ੍ਰਿਪਸ਼ਨ ਅਸੀਂ ਸ਼ੁਰੂ ਕੀਤੀ ਹੋਈ ਹੈ। ਔਰ ਉਸ ਡਿਸਕ੍ਰਿਪਸ਼ਨ ਦੇ ਵਿੱਚ ਹੁਣ ਤੱਕ ਅਸੀਂ ਮੇਲ ਪਾਰਟ ਨੂੰ ਸਿਰਫ ਲਿਆ ਹੈ। ਮੇਲ ਪਾਰਟ ਦੇ ਵਿੱਚ ਅਸੀਂ ਮੇਲ ਇੰਦਰੀ ਔਰ ਉਸ ਤੋਂ ਬਾਅਦ ਟੈਸਟਸ, ਸਕ੍ਰੋਟਮ ਤੇ ਟੈਸਟਸ ਦੀ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕੀਤੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ। ਵਾਸਟ ਡਿਫਰੈਂਸ, ਇਜੈਕੂਲੇਟਰੀ ਡਕਟ, ਇਹ ਸਾਰੀਆਂ ਗੱਲਾਂ ਅਸੀਂ ਪ੍ਰੋਸਟੇਟ ਤੱਕ ਪਹੁੰਚਾ ਦਿੱਤੀਆਂ ਸੀ। ਔਰ ਹੁਣ ਅਸੀਂ ਇਸ ਪ੍ਰੋਸਟੇਟ ਦੀ ਸਾਰੀ ਡਿਟੇਲ ਦੱਸ ਦਿੱਤੀ ਵੀ ਇਹ ਵਾਲਨਟ ਜਿੰਨਾ ਆਰਗਨ ਹੁੰਦਾ ਆ, 4 ਸੈਂਟੀਮੀਟਰ, 3 ਸੈਂਟੀਮੀਟਰ ਤੇ 2 ਸੈਂਟੀਮੀਟਰ ਦੇ ਮੇਜਰਮੈਂਟਸ ਹਨ। 4 ਸੈਂਟੀਮੀਟਰ ਦੀ ਲੈਂਥ ਹੈਗੀ ਹੈ ਔਰ 3 ਸੈਂਟੀਮੀਟਰ ਬ੍ਰੈਡਥ ਹੈਗੀ ਹੈ ਔਰ 2 ਸੈਂਟੀਮੀਟਰ ਦੀ ਡੈਪਥ ਤੋਂ ਡੂੰਘਾਈ ਹੈਗੀ ਹੈ। ਆਮ ਤੌਰ 'ਤੇ ਇਹਦਾ ਜਿਹੜਾ PSA ਲੈਵਲ ਹੈਗਾ ਆ ਉਹ ਅਸੀਂ 2.5 ਨਾਰਮਲ ਗਿਣਦੇ ਹਾਂ, ਪਰ PSA ਜਿਹੜਾ ਏਜ ਦੇ ਮੁਤਾਬਕ ਵੱਧਦਾ ਜਾਂਦਾ ਹੈ। ਬਜ਼ੁਰਗਾਂ ਦੇ ਵਿੱਚ 4 ਤੱਕ ਵੀ ਅਸੀਂ ਇਹਨੂੰ ਨਾਰਮਲ ਗਿਣ ਸਕਦੇ ਹਾਂ, ਪਰ ਜ਼ਰੂਰੀ ਨਹੀਂ ਕਿ PSA ਲੈਵਲ ਵੱਧ ਗਿਆ ਤੇ ਇਹ ਕੈਂਸਰ ਹੀ ਹੋਵੇ, ਐਸੀ ਗੱਲ ਨਹੀਂ ਹੈਗੀ। ਬਹੁਤ ਸਾਰੇ ਕੇਸਾਂ ਦੇ ਵਿੱਚ ਐਸਾ ਹੁੰਦਾ ਹੈ ਕਿ ਇਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਗਰਾਊਂਡ ਤਿਆਰ ਆ, ਕਿਸੇ ਵੇਲੇ ਵੀ ਕੋਈ ਤਬਦੀਲੀ, ਕੋਈ ਚੇਂਜਸ ਹੋ ਸਕਦੀ ਹੈ, ਹਾਲਾਤ ਬਣੇ ਹੋਏ ਨੇ, ਕਿਸੇ ਵੇਲੇ ਵੀ ਕੋਈ ਤਬਦੀਲੀ ਐਸੀ ਹੋ ਸਕਦੀ ਹੈ। ਪਰ ਬਜ਼ੁਰਗਾਂ ਵਿੱਚ ਪ੍ਰੋਸਟੇਟ ਦੇ ਵਧਣ ਦੇ ਕਾਰਨ ਹਾਰਮੋਨਸ ਵੀ ਹੋ ਸਕਦਾ ਹੈ। ਜਿਹੜੀਆਂ ਮੁੱਢਲੀਆਂ ਨਿਸ਼ਾਨੀਆਂ ਮੈਂ ਇੱਕ ਵਾਰ ਫੇਰ ਦੁਹਰਾ ਦਿਆਂ ਕਿ ਜਦੋਂ ਹੀ ਤੁਹਾਨੂੰ ਪਿਸ਼ਾਬ ਦੇ ਰਸਤੇ ਵਾਰ-ਵਾਰ ਪਿਸ਼ਾਬ ਆਵੇ, ਪਹਿਲਾਂ ਜਾਂ ਪਿੱਛੋਂ ਡ੍ਰਿਬਲਿੰਗ, ਬੂੰਦ-ਬੂੰਦ ਪਿਸ਼ਾਬ ਆਉਣਾ ਸ਼ੁਰੂ ਹੋ ਜਾਵੇ, ਪਿਸ਼ਾਬ ਦੇ ਵਿੱਚ ਜਲਨ ਹੋਣੀ ਸ਼ੁਰੂ ਹੋ ਜਾਵੇ, ਪਿਸ਼ਾਬ ਮਿਲਕੀ ਰੰਗ ਦਾ, ਪ੍ਰੋਟੀਨ ਯੂਰੀਆ ਜਿਹਨੂੰ ਅਸੀਂ ਕਹਿੰਦੇ ਹਾਂ ਮਿਲਕੀ ਰੰਗ ਦਾ, ਕਲਾਉਡੀ ਯੂਰੀਨੇਸ਼ਨ ਹੋਣਾ ਸ਼ੁਰੂ ਹੋ ਜਾਵੇ, ਪਿਸ਼ਾਬ ਦੀ ਸਪੈਸੀਫਿਕ ਗ੍ਰੈਵਿਟੀ ਤਾਂ ਅਸੀਂ ਲੈਬ 'ਚ ਜਾ ਕੇ ਟੈਸਟ ਕਰਾਂਗੇ, ਪਰ ਨਾਰਮਲ 10 ਤੋਂ 16 ਸਪੈਸੀਫਿਕ ਗ੍ਰੈਵਿਟੀ ਹੁੰਦੀ ਕਿ ਇਹਦੇ ਵਿੱਚ ਕੁਝ ਨਾ ਕੁਝ ਸੰਘਣਾਪਨ ਆ ਰਿਹਾ ਹੈ ਪਿਸ਼ਾਬ ਦੇ ਵਿੱਚ, ਤੇ ਆ ਤਾਂ ਬਲੱਡ ਦੇ ਵਿੱਚੋਂ ਹੀ ਨੁੱਚੜ ਕੇ ਆ ਰਿਹਾ ਹੈ ਨਾ, ਜਾਂ ਰਸਤੇ ਵਿੱਚ ਆਉਂਦੇ ਜਿਹੜੇ ਅੰਗ ਨੇ ਉਹਨਾਂ ਦੇ ਵਿੱਚੋਂ ਕੋਈ ਆ ਰਹੇ ਨੇ। ਤੇ ਮੇਨ ਅੰਗ ਜਿਹੜਾ ਹੈ ਪ੍ਰੋਸਟੇਟ ਦੇ ਵਿੱਚੋਂ ਆਮ ਤੌਰ 'ਤੇ ਵੀਰਜ ਦੇ ਵਿੱਚ ਫਲੂਇਡ ਰਲਦਾ। ਜਦੋਂ ਸਪਰਮ ਐਂਟਰ ਕਰਦੇ ਨੇ ਪ੍ਰੋਸਟੇਟ ਦੇ ਵਿੱਚ ਤੇ ਉਸ ਵੇਲੇ ਇਹਦੇ ਵਿੱਚ ਇੱਕ ਇਰੀਟੇਸ਼ਨ ਪੈਦਾ ਹੁੰਦੀ, ਜਿਵੇਂ ਅਸੀਂ ਮੂੰਹ 'ਚ ਉਂਗਲੀ ਰੱਖੀ ਤੇ ਇਰੀਟੇਸ਼ਨ ਪੈਦਾ ਹੁੰਦੀ ਹੈ, ਇਸੇ ਤਰ੍ਹਾਂ ਦੀ ਪ੍ਰੋਸਟੇਟ ਦੇ ਵਿੱਚ ਇਰੀਟੇਸ਼ਨ ਪੈਦਾ ਹੁੰਦੀ, ਜਿਹਦੇ ਰਾਹੀਂ ਇਹਦਾ ਇੱਕ ਮੁਆਦ ਨਿਕਲਦਾ ਹੈ ਔਰ ਜਿਹੜਾ ਇਸ ਵੀਰਜ ਨੂੰ ਪੂਰਾ ਕਰਦਾ, ਸਪਰਮ ਪਲੱਸ ਫਲੂਇਡ, ਸਪਰਮ ਜਿਹੜਾ ਪ੍ਰੋਸਟੇਟਿਕ ਫਲੂਇਡ ਰਲ ਕੇ ਇਹ ਸੀਮਨ ਦੀ ਕੰਪੋਜੀਸ਼ਨ ਬਣਾਉਂਦੇ ਹੈਗੇ ਹੈ। ਤਾਂ ਉਹ ਐਸਾ ਹੁੰਦਾ ਹੈ। ਅਗਰ ਐਸਾ ਹੋਣਾ ਸ਼ੁਰੂ ਹੋ ਜਾਵੇ, ਬਲੱਡ ਦੇ ਵਿੱਚ ਯੂਰਿਨ ਆਉਣਾ ਸ਼ੁਰੂ ਹੋ ਜਾਵੇ, ਪੈਲਵਿਕ ਏਰੀਆ ਵਿੱਚ ਦਰਦ ਰਹਿਣੀ ਸ਼ੁਰੂ ਹੋ ਜਾਵੇ, ਅੱਗੇ ਜਾਂ ਪਿੱਛੇ ਦਰਦ ਹੋਵੇ ਤੇ ਉਹਦੇ ਨਾਲ ਨਾਲ ਥਾਈ ਦੇ ਵਿੱਚ ਵੀ ਦਰਦ ਹੋਵੇ ਔਰ ਦਰਦ ਲਗਾਤਾਰ ਹੁੰਦੀ ਹੋਵੇ, ਕਬਜ਼ ਹੋਣੀ ਸ਼ੁਰੂ ਹੋ ਜਾਵੇ, ਮੈਂਗਨਾ ਵਰਗ ਜਿਹੜੀ ਟੱਟੀ ਆਣੀ ਸ਼ੁਰੂ ਹੋ ਜਾਵੇ, ਹਮੇਸ਼ਾ ਜ਼ੋਰ ਲੱਗਣਾ, ਸਟ੍ਰੇਨ ਹੋਣਾ, ਭਾਵੇਂ ਕਿ ਤੁਸੀਂ ਕੋਈ ਮਿਰਚ ਮਸਾਲਾ ਨਹੀਂ ਖਾਧਾ, ਕੁਝ ਇਸ ਤਰ੍ਹਾਂ ਦੀ ਚੀਜ਼ ਨਹੀਂ ਖਾਧੀ, ਫਿਰ ਵੀ ਐਸਾ ਹੋਣਾ ਸ਼ੁਰੂ ਹੋ ਜਾਵੇ, ਤਾਂ ਸਾਨੂੰ ਧਿਆਨ ਰੱਖਣ ਦੀ ਲੋੜ ਆ ਕਿ ਇਹਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਪ੍ਰੋਸਟੇਟ ਦੇ ਵਿੱਚ ਹੋ ਚੁੱਕੀ ਹੈ। ਸੋ ਇਹ ਸਾਰੀਆਂ ਉਹ ਨਿਸ਼ਾਨੀਆਂ ਹਨ ਜਿਹੜੀਆਂ ਸਾਨੂੰ ਯਾਦ ਰੱਖਣ ਦੀ ਲੋੜ ਹੈਗੀ ਹੈ। ਹਾਰਮੋਨਸ ਇੱਕ ਦਾ ਘਟਨਾ ਨਾਰਮਲ ਇੱਕ ਕਿਰਿਆ ਹੈਗੀ ਹੈ, ਓਲਡ ਏਜ ਦੇ ਵਿੱਚ ਜਿਹੜੀ ਹੋ ਹੀ ਜਾਂਦੀ ਹੈ, ਸਾਡਾ ਨਾਰਮਲ ਹਾਲਾਤ ਹੈ, ਸਾਨੂੰ ਉਸ ਨੂੰ ਸਹਿਣ ਦੀ ਜ਼ਰੂਰਤ ਹੈਗੀ ਹੈ, ਪਰ ਹਾਂ ਉਸ ਨੂੰ ਮੇਨਟੇਨ ਕੀਤਾ ਜਾ ਸਕਦਾ ਹੈ, ਉਸ ਨੂੰ ਦਵਾਈਆਂ ਦੇ ਨਾਲ ਮੇਨਟੇਨ ਕੀਤਾ ਜਾ ਸਕਦਾ ਹੈਗਾ। ਇੱਕ ਸਵਾਲ ਜਿਹੜਾ ਆਮ ਤੌਰ 'ਤੇ ਮੇਰੇ ਤੋਂ ਵੀ ਹਮੇਸ਼ਾ ਹਾਰਟ ਡਾਕਟਰਾਂ ਤੋਂ ਪੁੱਛਿਆ ਜਾਂਦਾ ਹੋਵੇਗਾ
ਕਿ ਕੀ ਪ੍ਰੋਸਟੇਟ ਦੀ ਸਰਜਰੀ ਕਰਾਉਣ ਬਾਅਦ ਇਰੈਕਸ਼ਨ ਹੋ ਸਕਦਾ ਆ। ਮੈਂ ਕੱਲ ਵੀ ਇਹ ਡਿਸਕਸ ਕੀਤਾ ਸੀ ਤੇ ਅੱਜ ਫਿਰ ਦੁਬਾਰਾ ਇਹ ਦੱਸਣਾ ਚਾਹੁੰਦਾ ਕਿ ਹਾਂ, ਇਰੈਕਸ਼ਨ ਦਾ ਸੰਬੰਧ ਤੁਹਾਡੇ ਹਾਰਮੋਨਸ ਦੇ ਨਾਲ ਹੈ। ਅਗਰ ਤੁਹਾਡੇ ਟੈਸਟੋਸਟੈਰੋਨ ਹਾਰਮੋਨ ਵਗੈਰਾ ਪੂਰੇ ਹਨ ਤੇ ਫਿਰ ਇਰੈਕਸ਼ਨ ਨਾਰਮਲ ਹੋ ਸਕਦਾ ਹੈ, ਔਰ ਜ਼ਰੂਰੀ ਨਹੀਂ ਕਿ ਸੀਮਨ ਦਾ ਡਿਸਚਾਰਜ ਹੋਵੇ। ਤੁਹਾਡਾ ਗ੍ਰਸਤ ਜੀਵਨ ਨਾਰਮਲ ਚੱਲ ਸਕਦਾ ਹੈ ਔਰ ਇਰੈਕਸ਼ਨ ਹੋ ਸਕਦਾ ਹੈ, ਪਰ ਡਿਸਚਾਰਜ ਹੋਣਾ ਜ਼ਰੂਰੀ ਨਹੀਂ। ਸੋ ਇਸ ਕਰਕੇ ਐਸੀ ਕੋਈ ਗੱਲ ਨਹੀਂ ਹੈ। ਈਵਨ ਕੈਂਸਰ ਦਾ ਟ੍ਰੀਟਮੈਂਟ ਕਰਵਾਉਣ ਤੋਂ ਬਾਅਦ ਵੀ ਈਵਨ ਜਿਹੜਾ ਪ੍ਰੋਸਟੇਟ ਨੂੰ ਪਾਰਸ਼ੀਅਲ ਰਿਮੂਵਲ ਜਾਂ ਪੱਕਾ ਰਿਮੂਵਲ ਕਰਨ ਤੋਂ ਬਾਅਦ ਵੀ ਅਸੀਂ ਇਹ ਸਮਝ ਸਕਦੇ ਹਾਂ ਕਿ ਇਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਨਾ ਕੋਈ ਘਟਨਾ ਵਾਪਰ ਸਕਦੀ ਹੈ। ਸੋ ਇਹ ਸਾਰੀਆਂ ਗੱਲਾਂ ਸਾਨੂੰ ਮੱਦੇਨਜ਼ਰ ਰੱਖਣ ਦੀ ਲੋੜ ਹੈ। ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥਿਕ ਕੰਸਲਟੈਂਟ, ਤੁਹਾਡੀ ਸੇਵਾ 'ਚ ਹਾਜ਼ਰ ਹਾਂ। 7021 ਵਿਲੇਜ ਪਾਰਕ ਵੇ, ਡਬਲਨ। ਕਿਸੇ ਵੀ ਵੇਲੇ ਤੁਸੀਂ ਹੋਮਿਓਪੈਥਿਕ ਦਾ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਹੋ ਜਾਂ ਕਿਸੇ ਬਿਮਾਰੀ ਬਾਰੇ ਰਾਏ ਲੈਣਾ ਚਾਹੁੰਦੇ ਹੋ ਤੇ ਮੈਨੂੰ ਤੁਸੀਂ ਕਾਲ ਕਰ ਸਕਦੇ ਹੋ 4086871899 ਔਰ ਮੇਰਾ ਈਮੇਲ ਐਡਰੈਸ ਹੈ homeomedicine@yahoo.com, HOMEOMEDICINE@yahoo.com। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਇਸ ਤੋਂ ਅੱਗੇ ਤੁਰਾਂਗੇ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਕਿ ਸਪਰਮਸ ਦਾ ਐਜੈਕੂਲੇਸ਼ਨ ਹੋਣਾ ਤੇ ਅੱਗੇ ਡਿਵੈਲਪਮੈਂਟ ਕਰਨੀ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ।